ਸੈਣੀ ਦੇ ਪਕੜ ਦੇ ਵਿੱਚ ਆਇਆ ਹੋਇਆ ਬੰਦਾ ਫਰਾਰ ਨਹੀਂ ਹੋ ਸਕਦਾ। ਤੇ ਸਰਕਾਰ ਦਾ ਇਹ ਮੰਨਣਾ ਸੀਗਾ ਵੀ ਜਿਹੜੇ ਨੌਜਵਾਨ ਨੂੰ ਪੁਲਿਸ, ਚੰਡੀਗੜ੍ਹ ਪੁਲਿਸ ਉਸ ਟਾਈਮ ਸੈਣੀ ਸਾਹਿਬ ਦੇ ਕਹਿਣ ਦੇ ਘਰੋਂ ਚੱਕ ਕੇ ਲੈ ਕੇ ਗਈ ਸੀਗੀ, ਉਹ ਨੌਜਵਾਨ ਮੁੜ ਕੇ ਨਹੀਂ ਲੱਭਿਆ। ਇੱਕ ਮੈਗਜ਼ੀਨ ਦੇ ਵਿੱਚ ਬਹੁਤ ਪੁਰਾਣੀ ਇੱਕ ਸਟੋਰੀ ਜਿਹੜੀ ਹੈਗੀ ਆ ਉਹ ਪ੍ਰਕਾਸ਼ਿਤ ਹੋਈ ਸੀ। ਉਹਦੇ ਮੁਤਾਬਕ ਇਹ ਹੈ ਵੀ ਜਿਹੜੇ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਘਰੋਂ ਚੁੱਕ ਕੇ ਲੈ ਗਏ ਸੀ ਵੀ ਉਹ ਤਾਂ ਇਹਨਾਂ ਨੇ ਜਿਹੜਾ ਹੈਗਾ ਉਹ ਮਾਰਤਾ। ਵੀ ਜਿਹੜਾ ਕਾਦੀਆਂ ਦੇ ਵਿੱਚ ਕੇਸ ਦਰਜ ਕੀਤਾ ਗਿਆ ਉਹ ਪੁਲਿਸ ਨੇ ਆਪਣੀ ਚਮੜੀ ਬਚਾਉਣ ਵਾਸਤੇ ਜਿਹੜਾ ਹੈਗਾ, ਹੁਣ ਪੁਲਿਸ ਨੇ ਇਨਵੈਸਟੀਗੇਸ਼ਨ ਦੁਬਾਰਾ ਕੀਤੀ ਕਿ ਉਸ ਟਾਈਮ ਦੀ ਪੁਲਿਸ ਨੇ ਉੱਥੇ ਆਪਣੀ ਚਮੜੀ ਬਚਾਉਣ ਉਸ ਟਾਈਮ ਧੱਕਾ ਕੀਤਾ। ਸੈਣੀ ਦੀ ਮੌਜੂਦਗੀ ਦੇ ਵਿੱਚ ਪੁਲਿਸ ਨੇ ਇੰਨਾ ਟੌਰਚਰ ਕੀਤਾ ਕਿ ਉਹ ਆਪਣੀ ਲੱਤਾਂ ਦੇ ਸਹਾਰੇ ਖੜਾ ਵੀ ਨਹੀਂ ਸੀ ਹੋ ਸਕਦਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜਾ ਬੰਦਾ ਜਾਂ ਜਿਹੜਾ ਨੌਜਵਾਨ ਜੋ ਵੀ ਹੈ ਵੀ ਉਹ ਜਦੋਂ ਆਪਣੀ ਲੱਤਾਂ ਦੇ ਸਹਾਰੇ ਖੜਾ ਨਹੀਂ ਹੋ ਸਕਦਾ ਤਾਂ ਉਹ ਪੁਲਿਸ ਰਾਜ ਦੇ ਵਿੱਚੋਂ ਇੰਨੀ ਮੈਜੋਰਟੀ ਦੇ ਵਿੱਚ ਪੁਲਿਸ ਹੋਵੇ ਉੱਥੋਂ ਕਿਵੇਂ ਭੱਜ ਸਕਦਾ। 302 ਦੇ ਜੁਰਮ ਦਾ ਵਾਧਾ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਗੱਲ ਕਲੀਅਰ ਹੁੰਦੀ ਹੈ ਕਿ ਉਸ ਨੌਜਵਾਨ ਨੂੰ ਜਿਹੜਾ ਹੈਗਾ ਪੁਲਿਸ ਨੇ ਮਾਰਿਆ ਗਿਆ ਜਾਂ ਪੁਲਿਸ ਰਾਸ ਦੇ ਵਿੱਚ ਉਸ ਬੰਦੇ ਦੀ ਜਿਹੜੀ ਹੈਗੀ ਆ ਉਹ ਡੈਥ ਹੋਇਆ। BSH ਨਿਊਜ਼ ਪੁਆਇੰਟ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਮੁੱਦਾ ਹੈ ਸਾਬਕਾ DGP ਸੁਮੇਧ ਸਿੰਘ ਸੈਣੀ ਉੱਤੇ ਚੱਲ ਰਹੇ ਕੇਸ ਬਾਰੇ ਤੇ ਸਾਡੇ ਨਾਲ ਨੇ ਦਰਸ਼ਨ ਸਿੰਘ ਸੋਢੀ ਸੀਨੀਅਰ ਜਰਨਲਿਸਟ ਨੇ ਤੇ ਇਸ ਕੇਸ ਨੂੰ ਸ਼ੁਰੂ ਤੋਂ ਫੋਲੋ ਕਰ ਰਹੇ ਨੇ। ਆਓ ਅਸੀਂ ਸੁਣਦੇ ਹਾਂ। ਸੋਢੀ ਸਾਹਿਬ, ਸਾਨੂੰ ਦੱਸੋ ਕਿ ਇਹ ਕੇਸ ਕੀ ਚੱਲਿਆ, ਇਹਦੀ ਕੇਸ ਦੀ ਰੂਪਰੇਖਾ ਕੀ ਹੈ, ਇਹਦਾ ਬੈਕਗਰਾਉਂਡ ਕੀ ਹੈ, ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਤੇ ਇਹਦੀ ਮੌਜੂਦਾ ਸਥਿਤੀ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਹਿਲਾਂ ਆਪਾਂ ਇਹਦੀ ਬੈਕਗਰਾਉਂਡ ਲੈ ਲਈਏ। ਕੁਲਦੀਪ ਜੀ, ਜਿਹੜਾ ਸੁਮੇਧ ਸਿੰਘ ਸੈਣੀ ਦੇ ਖਿਲਾਫ ਕੇਸ ਮੋਹਾਲੀ ਦੀ ਅਦਾਲਤਾਂ ਦੇ ਵਿੱਚ ਤੇ ਹਾਈ ਕੋਰਟ ਦੇ ਵਿੱਚ ਵਿਚਾਰਧੀਨ ਹੈ, ਇਹ ਅੱਜ ਤੋਂ 29 ਸਾਲ ਪਹਿਲਾਂ ਚਰਚਾ ਦੇ ਵਿੱਚ ਆਇਆ ਸੀਗਾ। ਚੰਡੀਗੜ੍ਹ ਦੀ UT ਦੀ ਪੁਲਿਸ ਜਿਹੜੀ ਹੈਗੀ ਆ ਉਹ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਇੱਕ ਨੌਜਵਾਨ ਨੂੰ ਮੋਹਾਲੀ ਫੇਸ 7 ਤੋਂ ਘਰ ਤੋਂ ਚੁੱਕ ਕੇ ਲੈ ਗਈ ਸੀ। ਉਸ ਟਾਈਮ ਇਹ ਦੱਸਿਆ ਜਾ ਰਿਹਾ ਸੀਗਾ ਵੀ ਜਿਹੜੇ UT ਪੁਲਿਸ ਦੇ ਜਿਹੜੇ ਮੁਲਾਜ਼ਮ ਕਰਮਚਾਰੀ ਉਸ ਨੌਜਵਾਨ ਨੂੰ ਘਰੋਂ ਚੁੱਕ ਕੇ ਲੈ ਕੇ ਗਏ ਸੀ, ਉਹ ਸੁਮੇਧ ਸਿੰਘ ਸੈਣੀ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਚੁੱਕ ਕੇ ਸੈਕਟਰ 17 ਦੇ ਥਾਣੇ ਦੇ ਵਿੱਚ ਲੈ ਗਏ ਸੀ, ਕਿਉਂਕਿ ਉਸ ਸਮੇਂ ਜਿਹੜਾ ਸੁਮੇਧ ਸਿੰਘ ਸੈਣੀ ਹੈ ਉਹ ਚੰਡੀਗੜ੍ਹ ਦੇ ਵਿੱਚ SSP ਦੇ ਅਹੁਦੇ 'ਤੇ ਤੈਨਾਤ ਸੀ। ਇਹਦੇ ਨਾਲ ਇਹਦੀ ਮੈਂ ਤੁਹਾਨੂੰ ਜਿਹੜੀ ਬੈਕਗਰਾਉਂਡ ਇਹਦੀ ਥੋੜ੍ਹੀ ਮੈਂ ਦੱਸਣਾ ਚਾਹਾਂਗਾ ਕਿ ਉਸ ਨੌਜਵਾਨ ਨੂੰ ਇਸ ਕਰਕੇ ਚੱਕਿਆ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਸੀ। ਉਸ ਦੇ ਵਿੱਚ ਕਈ ਪੁਲਿਸ ਜਵਾਨ ਜਿਹੜੇ ਹੈਗੇ ਆ ਮਾਰੇ ਗਏ ਸੀ ਤੇ ਸੁਮੇਧ ਸਿੰਘ ਸੈਣੀ ਵੀ ਜ਼ਖਮੀ ਹੋਏ ਸੀ। ਉਸ ਸਿਲਸਿਲੇ ਦੇ ਵਿੱਚ ਇੱਕ ਸਿੱਟ ਦਾ ਗਠਨ ਹੋਇਆ, ਚੰਡੀਗੜ੍ਹ ਪੁਲਿਸ ਦੀ ਇੱਕ ਸਿੱਟ ਦਾ ਗਠਨ ਹੋਇਆ ਵੀ ਜਿਹੜੇ ਮੁਲਜ਼ਮਾਂ ਨੇ ਜਾਂ ਜਿਹੜੇ ਵੀ ਵਿਅਕਤੀਆਂ ਨੇ, ਸ਼ਰਾਰਤੀ ਅਨਸਰਾਂ ਨੇ ਬੰਬ ਬਲਾਸਟ ਕੀਤਾ ਹੈ, ਉਹਨਾਂ ਦੀ ਪੈੜ ਨੱਪਣੀ ਹੈ। ਪੈੜ ਨੱਪਦੇ ਜਿਹੜੀ ਹੈਗੀ ਆ ਪੁਲਿਸ 7 ਫੇਸ ਪਹੁੰਚ ਗਈ ਮੋਹਾਲੀ ਦੇ ਵਿੱਚ। ਉੱਥੋਂ ਇੱਕ ਨੌਜਵਾਨ ਨੂੰ ਘਰੋਂ ਸਵੇਰੇ ਤੜਕੇ ਸੁੱਤੇ ਪਏ ਨੂੰ ਚੱਕ ਕੇ ਲੈ ਕੇ ਜਾਂਦੀ ਹੈ ਪੁਲਿਸ। ਉਸ ਤੋਂ ਬਾਅਦ ਉਸ ਨੌਜਵਾਨ ਨੂੰ ਸੈਕਟਰ 17 ਦੇ ਥਾਣੇ ਦੇ ਵਿੱਚ ਰੱਖਿਆ ਜਾਂਦਾ ਹੈ। ਉੱਥੇ ਉਸ 'ਤੇ ਜੋ ਦੱਸਣ ਮੁਤਾਬਕ, ਲੋਕਾਂ ਦੇ ਦੱਸਣ ਮੁਤਾਬਕ ਉਸ ਸਮੇਂ ਜਿਨ੍ਹਾਂ ਨੂੰ ਹੋਰ ਵੀ ਉੱਥੇ ਹਵਾਲਾਤ ਦੇ ਵਿੱਚ ਬੰਦ ਸੀ ਜਾਂ ਜੋ ਹੁਣ ਕੇਸ ਅਦਾਲਤਾਂ ਦੇ ਵਿੱਚ ਚੱਲ ਰਿਹਾ ਹੈ ਕੁਲਦੀਪ ਜੀ, ਉਹਦੇ ਮੁਤਾਬਕ ਜੋ ਚਸ਼ਮਦੀਦ ਗਵਾਹ ਵੀ ਇਹਦੇ 'ਚ ਸਾਹਮਣੇ ਆਏ ਨੇ ਉਹ ਵੀ ਇਹੀ ਗੱਲ ਦੱਸ ਰਹੇ ਨੇ ਵੀ ਜਦੋਂ ਪੁਲਿਸ ਬਲਵੰਤ ਸਿੰਘ ਮੁਲਤਾਨੀ ਨੂੰ ਮੋਹਾਲੀ ਤੋਂ ਚੱਕ ਕੇ ਲੈ ਕੇ ਗਈ ਹੈ ਉਦੋਂ ਉਹਨੂੰ ਸੈਕਟਰ 17 ਦੇ ਵਿੱਚ ਰੱਖ ਕੇ ਉਸ 'ਤੇ ਬੇਹੱਦ ਤਸ਼ੱਦਦ ਜਿਹੜਾ ਹੈਗਾ ਉਹ ਢਾਇਆ ਗਿਆ। ਤੇ ਉਸ ਸਮੇਂ ਜਦੋਂ ਪੁਲਿਸ ਵਾਲੇ ਉਸ ਤੋਂ ਪੁੱਛਗਿੱਛ ਕਰਦੇ ਸੀ ਤਾਂ ਉਸ ਸਮੇਂ ਸੁਮੇਧ ਸਿੰਘ ਸੈਣੀ ਦੀ ਮੌਜੂਦਗੀ ਦੇ ਵਿੱਚ ਇਹ ਸਾਰੀ ਕਾਰਵਾਈ ਹੁੰਦੀ ਸੀ। ਉਸ ਤੋਂ ਬਾਅਦ ਜਦੋਂ ਦੇਖਿਆ ਵੀ ਉਹ ਬੰਬ ਬਲਾਸਟ ਵਾਲੀ ਗੱਲ ਜਿਹੜੀ ਹੈਗੀ ਆ ਉਹ ਨਿਕਲ ਕੇ ਸਾਹਮਣੇ ਨਹੀਂ ਆਈ, ਵੀ ਸਿਰਫ ਨੌਜਵਾਨਾਂ ਨੂੰ ਚੱਕੇ ਗਿਆ ਸੀ, ਕਈ ਨੌਜਵਾਨ ਮਾਰੇ ਵੀ ਗਏ ਨੇ ਇਸ ਸਿਲਸਿਲੇ ਦੇ ਵਿੱਚ। ਪਰ ਹੁਣ ਜਿਹੜੀ ਗੱਲ 29 ਸਾਲ ਬਾਅਦ ਇਹ ਦੁਬਾਰੇ ਤੋਂ ਉੱਭਰ ਕੇ ਜਿਹੜੀ ਹੈਗੀ ਆ ਸਾਹਮਣੇ ਆਈ ਆ ਤੇ ਪੀੜਤ ਪਰਿਵਾਰ ਨੂੰ ਇੱਕ ਇਨਸਾਫ ਦੀ ਜਿਹੜੀ ਹੈਗੀ ਆ ਉਮੀਦ ਜਾਗੀ ਆ 29 ਸਾਲ ਬਾਅਦ। 29 ਸਾਲ ਬਾਅਦ ਕੁਲਦੀਪ ਜੀ ਕਿਉਂ ਇਹ ਕੇਸ ਸਾਹਮਣੇ ਆਇਆ ਤੇ ਇੰਨੇ ਸਾਲ ਕਿਉਂ ਦਬਿਆ ਰਿਹਾ, ਇਹਦਾ ਵੀ ਮੈਂ ਤੁਹਾਨੂੰ ਇੱਕ ਕਾਰਨ ਦੱਸਦਾ। ਜੋ ਦਸਤਾਵੇਜ਼ ਮੌਜੂਦ ਨੇ ਕੋਰਟਾਂ ਦੇ ਵਿੱਚ, ਥਾਣੇ ਦੇ ਵਿੱਚ ਮੌਜੂਦ ਨੇ, ਮੈਂ ਉਹੀ ਦਸਤਾਵੇਜ਼ਾਂ ਦੇ ਆਧਾਰ 'ਤੇ ਹੀ ਮੈਂ ਸਾਰੀ ਗੱਲ ਕਹਿ ਰਿਹਾ। ਮੈਨੂੰ ਇਹਦੇ ਬਾਰੇ ਹੋਰ ਬਿਲਕੁਲ ਉਹ ਨਹੀਂ ਪਤਾ ਹੈ ਤੇ ਜੋ ਦਸਤਾਵੇਜ਼ਾਂ ਦੇ ਆਧਾਰ 'ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵੀ 29 ਸਾਲ ਬਾਅਦ ਇਹ ਕੇਸ ਕਿਉਂ ਉੱਠਿਆ, ਕਿਉਂਕਿ ਹੁਣ ਸੈਣੀ ਸਾਹਿਬ ਜਿਹੜੇ ਹੈਗੇ ਆ DGP ਦੇ ਅਹੁਦੇ 'ਤੇ ਨਹੀਂ ਰਹੇ। ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਫਿਰ ਹੁਣ ਇਸ਼ੂ ਇਹ ਉੱਠਦਾ ਵੀ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ 29 ਸਾਲ ਬਾਅਦ ਇਹ ਕੇਸ ਕਿਉਂ ਉੱਠਿਆ। ਪਰਿਵਾਰ ਦਾ ਤੇ ਜਿਹੜੇ ਇਸ ਕੇਸ ਦੀ ਜਿਹੜੇ ਹੈਗੇ ਨੇ ਪੈਰਵੀ ਕਰ ਰਹੇ ਨੇ ਸਾਬਕਾ DGP ਸਰਬਜੀਤ ਸਿੰਘ ਵਿਰਕ ਦੇ ਬੇਟੇ ਪ੍ਰਭਦੀਪ ਸਿੰਘ ਵਿਰਕ ਜੀ, ਉਹਨਾਂ ਦੀ ਜਿਹੜੀ ਹੈਗੀ ਆ ਕਹਿਣ ਮੁਤਾਬਕ, ਦੱਸਣ ਮੁਤਾਬਕ ਜਿਹੜੀ ਹੈਗੀ ਜੋ ਉਹਨਾਂ ਨੇ ਜਿਹੜੀ ਹੈਗੀ ਆ ਪੈਰਵਾਈ ਜਿਹੜੀ ਹੈਗੀ ਆ ਚੱਲ ਰਹੀ ਆ ਕੋਰਟਾਂ ਦੇ ਵਿੱਚ, ਉਹਨਾਂ ਦਾ ਕਹਿਣ ਦਾ ਭਾਵ ਇਹ ਕੇਸ ਸੀਗਾ ਵੀ 29 ਸਾਲ ਇਸ ਕੇਸ ਨੂੰ ਇਸ ਕਰਕੇ ਲੱਗੇ ਆ ਕਿਉਂਕਿ ਸੈਣੀ ਸਾਹਿਬ ਹੁਣ ਤੱਕ ਜਿਹੜਾ ਹੈਗਾ ਨਾ ਮੈਨ ਪਾਵਰਫੁਲ
ਅਫਸਰ ਰਹੇ ਆ ਤੇ ਸਭ ਨੂੰ ਪਤਾ ਵੀ ਉਹ ਬੜੇ ਦਲੇਰ ਮੰਨੇ ਜਾਂਦੇ ਸੀ ਉਸ ਟਾਈਮ। ਅੱਜ ਤੋਂ 3 ਦਹਾਕੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਚਰਚਾ ਦੇ ਵਿੱਚ ਰਹੇ ਨੇ, ਕਾਫੀ ਮੇਨ ਅਹੁਦਿਆਂ 'ਤੇ ਰਹੇ ਨੇ। ਸਭ ਤੋਂ ਵੱਡਾ ਅਹੁਦਾ ਜਿਹੜਾ ਪੰਜਾਬ ਪੁਲਿਸ ਦਾ ਹੈਗਾ ਉਹ ਹੈਗਾ DGP ਦਾ। ਅਕਾਲੀ ਗੌਰਮੈਂਟ ਦੇ ਵਿੱਚ ਉਹ DGP ਦੇ ਅਹੁਦੇ ਤੋਂ ਰਹੇ ਆ। DGP ਇੱਕ ਸੁਪਰੀਮ ਪੋਸਟ ਹੈਗੀ ਆ ਪੰਜਾਬ ਪੁਲਿਸ ਵਾਸਤੇ, ਤੇ ਇਸ ਕਰਕੇ ਉਹਦੇ ਜਿਹੜੇ ਹੈਗੇ ਜਿੰਨੀਆਂ ਵੀ ਕਿਸੇ ਨੇ ਕੰਪਲੇਂਟਾਂ ਦਿੱਤੀਆਂ ਉਹਦੇ ਖਿਲਾਫ, ਉਹ ਕਿਸੇ ਦੀ ਗੱਲ ਅੱਗੇ ਸੁਣੀ ਨਹੀਂ ਗਈ। ਹੁਣ ਜਦੋਂ ਉਹ ਰਿਟਾਇਰ ਹੋ ਗਏ, ਰਿਟਾਇਰ ਹੋਣ ਤੋਂ ਬਾਅਦ ਪਰਿਵਾਰ ਨੂੰ ਲੱਗਿਆ, ਜਾਂ ਜੋ ਇਸ ਕੇਸ ਨਾਲ ਜੁੜੇ ਹੋਏ ਸੀਗੇ ਜਾਂ ਜੋ ਉਹਨਾਂ ਦੇ ਖੈਰ ਖੁਆਹ ਸੀਗੇ, ਉਹਨਾਂ ਨੂੰ ਲੱਗਿਆ ਵੀ ਸ਼ਾਇਦ ਹੁਣ ਵੀ ਜੇ ਆਪਾਂ ਇਸ ਕੇਸ ਨੂੰ ਦੁਬਾਰੇ ਰੀਓਪਨ ਕਰਾਂਗੇ ਤਾਂ ਸ਼ਾਇਦ ਪਰਿਵਾਰ ਨੂੰ ਜਿਹੜੀ ਹੈਗੀ ਆ ਇਹਦੀ ਇਨਸਾਫ ਮਿਲ ਸਕੇ। ਇਸ ਕਰਕੇ ਜਿਹੜਾ ਹੈਗਾ ਇਹ 29 ਸਾਲ ਬਾਅਦ ਦੁਬਾਰੇ ਤੋਂ ਕੇਸ ਉੱਠਿਆ, ਤੇ ਮਈ ਮਹੀਨੇ ਦੇ ਵਿੱਚ ਮੋਹਾਲੀ ਦੇ ਮਟੌਰ ਥਾਣੇ ਦੇ ਵਿੱਚ ਬਲਵੰਤ ਸਿੰਘ ਮਲਤਾਨੀ ਨੂੰ ਅਗਵਾ ਕਰਨ ਦੇ ਦੋਸ਼ ਦੇ ਵਿੱਚ, ਤੇ ਉਹਦੀ ਬਾਅਦ ਦੇ ਵਿੱਚ ਅਗਵਾ ਕਰਨ ਤੋਂ ਬਾਅਦ ਉਸ ਨੂੰ ਖੁਰਦ-ਬੁਰਦ ਕਰਨ ਵਾਸਤੇ, ਲਾਪਤਾ ਕਰਨ ਵਾਸਤੇ ਭੇਦ ਭਰੀ ਹਾਲਤ ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ। ਤੇ ਹੁਣ ਉਹ ਜਿਹੜਾ ਕੇਸ ਜਿਹੜਾ ਚੱਲ ਰਿਹਾ ਹੈ, ਹਾਂਜੀ, ਉਹਦੇ ਵਿੱਚ ਫਿਰ ਹੁਣ ਫਰਦਰ ਪ੍ਰੋਸੀਡਿੰਗ ਦੇ ਵਿੱਚ ਕੀ ਆਇਆ ਅੱਗੇ? ਉਹਦੇ 'ਚ ਕੁਲਦੀਪ ਜੀ ਇਹ ਗੱਲ ਸਾਹਮਣੇ ਆਈ ਆ ਹੁਣ ਜਿਹੜੀ ਪੁਲਿਸ ਨੇ ਜਿਹੜੀ ਹੈਗੀ ਆ ਕਾਰਵਾਈ ਕੀਤੀ ਆ ਉਹਦੇ ਖਿਲਾਫ, ਸੈਣੀ ਸਾਹਿਬ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ, ਤੇ ਪਰਿਵਾਰ ਦਾ ਤੇ ਸਰਕਾਰ ਦਾ ਇਹ ਮੰਨਣਾ ਸੀਗਾ ਵੀ ਜਿਹੜੇ ਨੌਜਵਾਨ ਨੂੰ ਪੁਲਿਸ, ਚੰਡੀਗੜ੍ਹ ਪੁਲਿਸ ਉਸ ਟਾਈਮ ਸੈਣੀ ਸਾਹਿਬ ਦੇ ਕਹਿਣ ਦੇ ਘਰੋਂ ਚੱਕ ਕੇ ਲੈ ਕੇ ਗਈ ਸੀਗੀ, ਉਹ ਨੌਜਵਾਨ ਮੁੜ ਕੇ ਨਹੀਂ ਲੱਭਿਆ। ਉਹਦਾ ਜਾਂ ਨੂੰ ਜ਼ਮੀਨ ਖਾ ਗਈ, ਅਸਮਾਨ ਨਿਕਲ ਗਿਆ, ਕੀ ਹੋਇਆ ਜੋ ਵੀ ਹੈ ਉਹਦਾ ਹੁਣ ਤੱਕ ਕੋਈ ਨਹੀਂ ਪਤਾ ਲੱਗਿਆ। ਇੰਨਾ ਜ਼ਰੂਰ ਪਤਾ ਸੀ ਵੀ ਉਹ ਨੌਜਵਾਨ ਨੂੰ ਪੁਲਿਸ ਜਿਹੜਾ ਹੈਗਾ ਉਹ ਘਰੋਂ ਚੁੱਕ ਕੇ ਲੈ ਕੇ ਗਈ ਹੈ, ਬਾਅਦ ਦੇ ਵਿੱਚ ਕੋਈ ਨਹੀਂ ਪਤਾ। ਫਿਰ ਕਿਸੇ ਇੱਕ ਮੈਗਜ਼ੀਨ ਦੇ ਵਿੱਚ ਬਹੁਤ ਪੁਰਾਣੀ ਇੱਕ ਸਟੋਰੀ ਜਿਹੜੀ ਹੈਗੀ ਆ ਉਹ ਪ੍ਰਕਾਸ਼ਿਤ ਹੋਈ ਸੀ, ਉਹਦੇ ਮੁਤਾਬਕ ਇਹ ਹੈ ਵੀ ਜਿਹੜੇ ਨੌਜਵਾਨ ਬਲਵੰਤ ਸਿੰਘ ਮਲਤਾਨੀ ਨੂੰ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਘਰੋਂ ਚੁੱਕ ਕੇ ਲੈ ਗਏ ਸੀ, ਵੀ ਉਹ ਤਾਂ ਇਹਨਾਂ ਨੇ ਜਿਹੜਾ ਹੈਗਾ ਉਹ ਮਾਰਤਾ, ਜਾਂ ਉਹਦੀ ਪੁਲਿਸ ਰਿਹਾਸਤ ਦੇ ਵਿੱਚ ਉਹਦੀ ਡੈਥ ਹੋ ਗਈ, ਤੇ ਉਹ ਤੋਂ ਬਾਅਦ ਇਹਨਾਂ ਨੇ ਮਤਲਬ ਉਹਨੂੰ ਖੁਰਦ-ਬੁਰਦ ਕਰਤਾ। ਤੇ ਹੁਣ ਉਹ ਤੋਂ ਬਾਅਦ ਇਹਨਾਂ ਨੇ ਪੈਰਵਾਈ ਕੀਤੀ, ਆਪਣੀ ਮਾਮਲਾ ਦਰਜ ਹੋਇਆ, ਕੋਰਟ ਦੇ ਵਿੱਚ ਪਹੁੰਚਿਆ, ਤੇ DGP ਸਾਹਿਬ ਨੇ ਆਪਣੀ ਗ੍ਰਿਫਤਾਰੀ ਤੇ ਰੋਕ ਲਗਵਾਉਣ ਦੀਆਂ ਕੋਈ ਕੇਸ ਪਾਏ। ਤੇ ਹੁਣ ਪ੍ਰੈਜ਼ੈਂਟ ਸਟੇਟਸ ਇਹਦਾ ਕੀ ਹੈ? ਪ੍ਰੈਜ਼ੈਂਟ ਸਟੇਟਸ ਇਹਦੇ 2 ਤਰ੍ਹਾਂ ਦੇ ਇਹਦੇ ਕੇਸ ਚੱਲ ਰਹੇ ਨੇ ਜੀ। ਮੋਹਾਲੀ ਅਦਾਲਤ ਦੇ ਵਿੱਚ ਜਿਹੜਾ ਹੈਗਾ, ਸਭ ਤੋਂ ਪਹਿਲਾਂ ਤਾਂ ਮੈਨੂੰ ਇਸ ਦੇ ਸਟੇਟਸ ਤੋਂ ਪਹਿਲੇ ਦੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂ। ਉਹਦੇ 'ਚ ਇਹ ਹੈਗਾ ਵੀ ਜਦੋਂ ਅਗਵਾ ਵਾਲਾ ਕੇਸ ਜਿਹੜਾ ਸੈਣੀ ਦੇ ਉੱਤੇ ਦਰਜ ਹੋਇਆ, ਤੇ ਪਰਿਵਾਰ ਨੂੰ ਲੱਗਿਆ ਜਾਂ ਜਿਹੜੇ ਹੋਰ ਇਸ ਕੇਸ ਨਾਲ ਜੁੜੇ ਹੋਏ ਨੇ, ਖਾਸ ਕਰਕੇ ਸਿੱਖ, ਪੰਜਾਬ ਦਾ ਯੂਥ ਜਾਂ ਹਰੇਕ ਵਰਗ ਦੇ ਜਿਹੜੇ ਲੋਕ ਹੈ, ਉਹ ਇਸ ਕੇਸ ਨੂੰ ਆਲ ਓਵਰ ਇਸ ਕੇਸ ਨੂੰ ਬੜੀ ਜਿਹੜਾ ਹੈਗਾ ਗੰਭੀਰਤਾ ਦੇ ਨਾਲ ਲੈ ਰਹੇ ਆ। ਤੇ ਹਰੇਕ ਬੰਦਾ ਚਾਹੁੰਦਾ ਸੀਗਾ ਵੀ ਜੇ ਉਹ ਨੌਜਵਾਨ ਨੂੰ ਘਰੋਂ ਚੁੱਕ ਕੇ ਲੈ ਗਈ ਸੀ ਪੁਲਿਸ, ਤੇ ਹੁਣ ਇਸ ਟਾਈਮ ਉਹ ਕਿੱਥੇ ਹੈ? ਕਿਸੇ ਜੇਲ੍ਹ ਦੇ ਵਿੱਚ ਬੰਦ ਹੈ ਜਾਂ ਕਿੱਥੇ, ਕੀ ਹੈ? ਪੁਲਿਸ ਦੇ ਮੁਤਾਬਕ ਤਾਂ ਕਾਗਜ਼ਾਂ ਦੇ ਵਿੱਚ ਉਹ ਜਿਹੜਾ ਹੈਗਾ ਬੰਦਾ ਕਾਦੀਆਂ ਤੋਂ ਫਰਾਰ ਹੋ ਗਿਆ ਸੀਗਾ। ਪਰ ਜੋ ਗੱਲਾਂ ਇਸ ਕੋਰਟ ਦੀ ਕਾਰਵਾਈ ਦੇ ਦੌਰਾਨ ਜਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਗੱਲਾਂ ਸਾਹਮਣੇ ਆਈਆਂ, ਵੀ ਜਿਹੜੀ ਕਾਦੀਆਂ ਦੇ ਵਿੱਚ ਵੀ ਜਿਹੜੀ FIR ਹੋਈ ਹੈ ਉਹ ਵੀ ਫੇਕ ਹੈ। ਅੱਛਾ, ਉਹ ਵੀ ਫੇਕ ਹੈ। ਪੁਲਿਸ ਨੇ ਜਿਹੜਾ ਕਾਨੂੰਨੀ ਕਾਰਵਾਈ ਤੋਂ ਬਚਣ ਵਾਸਤੇ ਜੋ ਕੋਰਟ ਦੇ ਵਿੱਚ ਦਸਤਾਵੇਜ਼ ਸੌਂਪੇ ਗਏ ਨੇ ਪੀੜਤ ਪਰਿਵਾਰ ਵੱਲੋਂ, ਸਰਕਾਰੀ ਵਕੀਲ ਵੱਲੋਂ, ਮੈਂ ਉਹਨਾਂ ਦੀ ਜ਼ਬਾਨੀ ਬੋਲ ਰਿਹਾ। ਮੈਨੂੰ ਇਹਦੇ ਬਾਰੇ, ਮੈਂ ਇਹ ਗੱਲ ਆਪਣੇ ਵੱਲੋਂ ਨਹੀਂ ਮੈਂ ਗੱਲ ਕਹਿ ਰਿਹਾ, ਦਸਤਾਵੇਜ਼ਾਂ ਦੇ ਆਧਾਰ ਤੇ ਮੈਂ ਇਹ ਗੱਲ ਕਹਿ ਰਿਹਾ ਵੀ ਉਹਦੇ ਮੁਤਾਬਕ ਇਹ ਹੈ ਵੀ ਜਿਹੜਾ ਕਾਦੀਆਂ ਦੇ ਵਿੱਚ ਕੇਸ ਦਰਜ ਕੀਤਾ ਗਿਆ, ਉਹ ਪੁਲਿਸ ਨੇ ਆਪਣੀ ਚਮੜੀ ਬਚਾਉਣ ਵਾਸਤੇ ਜਿਹੜਾ ਹੈਗਾ, ਹੁਣ ਪੁਲਿਸ ਨੇ ਇਨਵੈਸਟੀਗੇਸ਼ਨ ਦੁਬਾਰਾ ਕੀਤੀ ਕਿ ਉਸ ਟਾਈਮ ਦੀ ਪੁਲਿਸ ਨੇ ਉੱਥੇ ਆਪਣੀ ਚਮੜੀ ਬਚਾਉਣ, ਉਸ ਟਾਈਮ ਧੱਕਾ ਕੀਤਾ, ਉਸ ਟਾਈਮ ਧੱਕਾ ਹੋਇਆ ਵੀ ਉਹ ਜਿਹੜਾ ਹੈਗਾ ਵੀ ਪੁਲਿਸ ਨੇ ਇਹ ਦਿਖਾਇਆ ਉਦੋਂ ਵੀ ਬਲਵੰਤ ਸਿੰਘ ਮਲਤਾਨੀ ਜਿਹੜਾ ਹੈਗਾ ਉਹਨੂੰ ਕਿਸੇ ਪੁੱਛਗਿੱਛ ਦੇ ਸਿਲਸਿਲੇ ਦੇ ਵਿੱਚ ਕਾਦੀਆਂ ਗੁਰਦਾਸਪੁਰ ਲੈ ਕੇ ਗਏ ਸੀਗੇ, ਉੱਥੋਂ ਉਹ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਹੈ ਵੀ ਉਹ ਕਿੱਥੇ ਹੈ, ਇਸ ਦੁਨੀਆ ਦੇ ਵਿੱਚ ਹੈ, ਉੱਪਰਲੀ ਦੁਨੀਆ ਦੇ ਵਿੱਚ ਹੈ, ਕਿੱਥੇ ਕੀ ਹੈ, ਕਿਸੇ ਨੂੰ ਕੁਛ ਨਹੀਂ ਲੱਗਿਆ। ਪਰ ਸੱਚਾਈ ਇਹ ਵੀ ਹੈ, ਹਕੀਕਤ ਇਹ ਵੀ ਹੈ, ਸੈਣੀ ਸਾਹਿਬ ਦੀ ਜਿਹੜੀ ਕਾਰਵਾਈ ਹੈ ਜਾਂ ਜਿਹੜੀ ਸੈਣੀ ਸਾਹਿਬ ਦੇ ਕੰਮ ਕਰਨ ਦਾ ਤਰੀਕਾ ਉਹਨੂੰ ਬੱਚਾ ਜਾਣਦਾ ਹੈ। ਸੈਣੀ ਦੇ ਪਕੜ ਦੇ ਵਿੱਚ ਆਇਆ ਹੋਇਆ ਬੰਦਾ ਫਰਾਰ ਨਹੀਂ ਹੋ ਸਕਦਾ। ਉਸ ਤੋਂ ਬਾਅਦ ਫਿਰ ਅੱਗੇ ਕੀ ਹੋਇਆ, ਕਾਦੀਆਂ ਦੇ ਵਿੱਚ FIR ਦਰਜ ਕਰਨ ਤੋਂ ਬਾਅਦ ਇਹਨਾਂ ਨੇ 17 ਸੈਕਟਰ ਦੇ ਵਿੱਚ ਆ ਕੇ ਦੁਬਾਰੇ ਫਿਰ DDR ਦਰਜ ਕੀਤੀ ਵੀ ਜੀ ਉੱਥੇ ਉਸ ਨੂੰ ਪੁੱਛਗਿੱਛ ਵਾਸਤੇ ਲੈ ਕੇ ਗਏ ਸੀ। ਉੱਥੇ ਜਿਹੜਾ ਹੈਗਾ ਬਲਵੰਤ ਸਿੰਘ ਮਲਤਾਨੀ ਨਾਂ ਦਾ ਜਿਹੜਾ ਨੌਜਵਾਨ ਹੈ ਉਹ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜ ਗਿਆ। ਪਰ ਜਿਹੜੇ ਚਸ਼ਮਦੀਦ ਗਵਾਹ ਹੁਣ ਤੱਕ ਸਾਹਮਣੇ ਆਏ ਆ, ਉਹਨਾਂ ਦੀ ਜ਼ਬਾਨੀ ਇਹ ਹੈ ਵੀ ਉਹਨਾਂ ਦੇ ਸਾਹਮਣੇ ਸੈਣੀ ਦੀ ਮੌਜੂਦਗੀ ਦੇ ਵਿੱਚ ਪੁਲਿਸ ਨੇ ਇੰਨਾ ਟੌਰਚਰ ਕੀਤਾ ਕਿ ਉਹ ਆਪਣੀ ਲੱਤਾਂ ਦੇ ਸਹਾਰੇ ਖੜਾ ਵੀ ਨਹੀਂ ਸੀ ਹੋ ਸਕਦਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜਾ ਬੰਦਾ ਜਾਂ ਜਿਹੜਾ ਨੌਜਵਾਨ ਜੋ ਵੀ ਹੈ ਵੀ ਉਹ ਜਦੋਂ ਆਪਣੀ ਲੱਤਾਂ ਦੇ ਸਹਾਰੇ ਖੜਾ ਨਹੀਂ ਹੋ ਸਕਦਾ ਤਾਂ ਉਹ ਪੁਲਿਸ ਹਿਰਾਸਤ ਦੇ ਵਿੱਚੋਂ ਇੰਨੀ ਮੈਜੋਰਟੀ ਦੇ ਵਿੱਚ ਪੁਲਿਸ ਹੋਵੇ ਉੱਥੋਂ ਕਿਵੇਂ ਭੱਜ ਸਕਦਾ? ਇਹੀ ਸਵਾਲ ਕੋਰਟ 'ਚ ਉੱਠੇ ਵੀ ਹੋਣਗੇ। ਇਹ ਸਵਾਲ ਕੋਰਟ ਦੇ ਵਿੱਚ ਉੱਠ ਰਹੇ ਨੇ, ਇਹੀ ਸਵਾਲ ਕੋਰਟ ਦੇ ਵਿੱਚ ਉੱਠ ਰਹੇ ਨੇ। ਤੇ ਇਸ ਕਰਕੇ ਉਸ ਤੋਂ ਬਾਅਦ ਜਦੋਂ ਉਹਦਾ ਕੋਈ ਅਤਾ ਪਤਾ ਨਹੀਂ ਲੱਭਿਆ ਤਾਂ ਹੁਣ ਪਰਿਵਾਰ ਦੀ ਤੇ ਸਰਕਾਰ ਦੀ ਅਪੀਲ ਤੇ ਕੋਰਟ ਦੇ ਹੁਕਮਾਂ ਤੇ ਸੈਣੀ ਦੇ ਖਿਲਾਫ ਮਟੌਰ ਥਾਣੇ ਦੇ ਵਿੱਚ ਜੁਰਮ ਦਾ ਵਾਧਾ ਕੀਤਾ ਗਿਆ 302 ਦਾ। 302 ਦੇ ਜੁਰਮ ਦਾ ਵਾਧਾ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਗੱਲ ਕਲੀਅਰ ਹੁੰਦੀ ਹੈ ਕਿ ਉਸ ਨੌਜਵਾਨ ਨੂੰ ਜਿਹੜਾ ਹੈਗਾ ਪੁਲਿਸ ਨੇ ਮਾਰਿਆ ਗਿਆ ਜਾਂ
ਪੁਲਿਸ ਹਿਰਾਸਤ ਦੇ ਵਿੱਚ ਉਸ ਬੰਦੇ ਦੀ ਜਿਹੜੀ ਕਤਲ ਹੈਗੀ ਦਾ ਆ ਪਰਚਾ ਤਾਂ ਹੀ ਉਹ ਦਰਜ ਡੈਥ ਹੋਇਆ, ਉਹ ਤਦੇ ਉਹ ਜਿਹੜਾ ਹੈਗਾ ਉਹਦੇ ਖਿਲਾਫ ਜੁੜੀ ਹੈ। ਉਸ ਤੋਂ ਬਾਅਦ ਸੈਣੀ ਜੀ ਨੇ ਜਿਹੜਾ ਹੈਗਾ ਦੁਬਾਰੇ ਫੇਰ ਕੋਰਟ ਦੇ ਵੱਲ ਰੁਖ ਕੀਤਾ। ਜਿਹੜਾ 374 ਦੀ ਉਹਦੀ ਆਪਣਾ 64 ਦੀ ਧਾਰਾ ਜਿਹੜੀ ਹੈਗੀ ਉਹਦੇ ਵਿੱਚ ਤਾਂ ਉਹਨਾਂ ਨੂੰ ਆਲਰੇਡੀ ਜਿਹੜੀ ਹੈਗੀ ਆ ਬੇਲ ਮਿਲੀ ਹੋਈ ਹੈ, ਪੱਕੀ ਬੇਲ ਮਿਲੀ ਹੋਈ ਹੈ, ਗ੍ਰਿਫਤਾਰੀ ਤੋਂ ਉਹ ਬਚਦੇ ਆ ਰਹੇ ਨੇ। ਪਰ ਹੁਣ ਜਦੋਂ 302 ਦੇ ਜੁਰਮ ਦਾ ਵਾਧਾ ਹੋ ਗਿਆ, 302 ਦੇ ਜੁਰਮ ਦੇ ਵਾਧੇ ਤੋਂ ਬਾਅਦ ਉਹਨਾਂ ਨੇ ਫੇਰ ਮਤਲਬ ਉਹ ਤਰਲੋ ਮੱਛੀ ਹੋ ਗਏ। ਉਹਨਾਂ ਨੇ ਫੇਰ ਸੋਚਿਆ ਵੀ ਮੈਂ ਇਸ ਮਾਮਲੇ ਦੇ ਵਿੱਚ ਜ਼ਮਾਨਤ ਲੈ ਲਵਾਂ। ਕੁਝ ਹੱਦ ਤੱਕ ਉਹ ਕਾਮਯਾਬ ਵੀ ਰਹੇ, ਪਰ ਉਹਨਾਂ ਨੂੰ ਟੈਂਪਰੇਰੀ ਬੇਲ ਮਿਲਦੀ ਰਹੀ ਹੈ। ਹੁਣ ਜਾ ਕੇ ਕੀ ਹੋਇਆ, ਆਖਰ ਕੋਰਟ ਨੂੰ ਉਹਨਾਂ ਦੀ ਜਿਹੜੀ ਹੈਗੀ ਆ ਅਗਾਊਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈਗੀ ਆ ਉਹ ਰੱਦ ਕਰਨੀ ਪਈ। ਰੱਦ ਕਰਨ ਤੋਂ ਬਾਅਦ ਜਦੋਂ ਸੈਣੀ ਦੀ ਦੁਬਾਰੇ ਗ੍ਰਿਫਤਾਰੀ ਦੀ ਜਿਹੜੀ ਹੈਗੀ ਆ ਪ੍ਰਕਿਰਿਆ ਪੁਲਿਸ ਨੇ ਸਿੱਟ ਨੇ ਜਿਹੜਾ ਹੈਗਾ ਸ਼ੁਰੂ ਕੀਤੀ ਹੈ। ਮੈਨੂੰ ਜਿੱਥੋਂ ਤੱਕ ਇੱਕ ਉੱਚ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਵੀ 6-7 ਟੀਮਾਂ ਪੁਲਿਸ ਨੇ ਬਣਾਈਆਂ। ਉਹਨਾਂ ਦੇ ਘਰ ਜਿਹੜਾ ਹੈਗਾ ਜਾਂ ਹੋਰ ਜਿਹੜੇ ਟਿਕਾਣੇ ਨੇ, ਸੁਹਾਣੇ ਦੇ ਵਿੱਚ ਵੀ ਜਿੱਥੇ ਪੁਲਿਸ ਦਾ ਹੈੱਡਕੁਆਟਰ ਹੈ, ਇੱਥੇ CID ਦਾ, ਉਹਦੇ ਸਾਹਮਣੇ ਉਹਦਾ ਇੱਕ ਫਾਰਮ ਹਾਊਸ ਹੈ, ਪਰ ਉਹ ਬੇਆਬਾਦ ਜਿਹਾ ਪਿਆ। ਸ਼ਾਇਦ ਆਂਦਾ ਹੈ ਸੈਣੀ ਇੱਥੇ ਜਾਂ ਨਹੀਂ ਆਂਦਾ ਹੈ, ਇਹ ਉਸੇ ਨੂੰ ਹੀ ਪਤਾ। ਵੈਸੇ 20 ਸੈਕਟਰ ਦੇ ਵਿੱਚ ਉਹਦਾ ਆਪਣਾ ਆਲੀਸ਼ਾਨ ਘਰ ਹੈ, ਜਿੱਥੇ ਪੁਲਿਸ ਨੇ ਪਹਿਲਾਂ ਵੀ ਜਿਹੜੀ ਹੈਗੀ ਰੇਡੀ ਕੀਤੀ ਸੀ। ਹੁਣ ਵੀ ਪੁਲਿਸ ਉੱਥੇ ਜਾਣ ਦੀ ਫਿਰਾਕ ਦੇ ਵਿੱਚ ਹੈ ਵੀ ਉੱਥੇ ਜਾ ਕੇ ਉਹਨੂੰ ਸ਼ਾਇਦ ਅਰੈਸਟ ਕਰਿਆ ਜਾਵੇ, ਕਿਉਂਕਿ ਭਾਵੇਂ ਇਹ ਅਦਾਲਤ ਦੇ ਹਾਈ ਕੋਰਟ ਦੇ ਵਿੱਚ ਵੀ ਮਾਮਲਾ ਜਿਹੜਾ ਸੈਣੀ ਸਾਹਿਬ ਇਹਨੂੰ ਲੈ ਕੇ ਚਲੇ ਗਏ ਆ, ਪਰ ਉੱਥੇ ਵੀ ਅਜੇ ਉਹਨਾਂ ਨੂੰ ਰਾਹਤ ਨਹੀਂ ਮਿਲੀ ਹੈ। ਇਹ ਕਾਰਵਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਚੱਲ ਰਹੀ ਹੈ। ਪਰ ਜਿਹੜੇ ਪੀੜਤ ਪਰਿਵਾਰ ਦੇ ਵਕੀਲ ਨੇ ਉਹ ਸਿੱਧੇ ਤੌਰ 'ਤੇ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਮੰਨ ਰਹੇ ਨੇ, ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾ ਰਹੇ ਨੇ ਸੈਣੀ ਦੇ ਉੱਤੇ। ਕਿਉਂਕਿ ਜਦੋਂ ਉਹਨਾਂ ਨੂੰ 364 ਦੇ ਵਿੱਚ ਜਿਹੜਾ ਹੈਗਾ ਜ਼ਮਾਨਤ ਮਿਲੀ ਸੀ, ਕੋਰਟ ਨੇ ਜ਼ਮਾਨਤ ਦਿੱਤੀ ਸੀ, ਉਹਦੇ ਵਿੱਚ ਇੱਕ ਕਲੀਅਰ ਆਰਡਰ ਕੋਰਟ ਨੇ ਲਾਸਟ ਪੈਰੇ ਦੇ ਵਿੱਚ ਲਿਖਿਆ ਸੀਗਾ ਵੀ ਜੇ ਇਹਨਾਂ ਦੀ ਜ਼ਮਾਨਤ ਜਿਹੜੀ ਹੈਗੀ ਆ ਉਹ ਦੇ ਦਿੱਤੀ ਗਈ ਹੈ ਇਹਨਾਂ ਨੂੰ 364 ਦੇ ਵਿੱਚ, ਪਰ ਇਹ ਸ਼ਹਿਰ ਛੱਡ ਕੇ ਨਹੀਂ ਜਾ ਸਕਦੇ। ਜੇ ਸ਼ਹਿਰ ਛੱਡ ਕੇ ਇਹਨਾਂ ਨੇ ਕਿਤੇ ਜਾਣਾ ਹੋਏਗਾ, ਕਿਤੇ ਐਮਰਜੈਂਸੀ ਦੇ ਵਿੱਚ ਕਿਤੇ ਜਾਣਾ ਹੋਏਗਾ, ਵੈਸੇ ਨਹੀਂ ਜਾ ਸਕਦੇ। ਜੇ ਐਮਰਜੈਂਸੀ ਤੋਂ ਜਾਣਾ ਵੀ ਹੋਏਗਾ ਤਾਂ ਉਹ ਸਿੱਟ ਨੂੰ ਜਾਂ ਅਦਾਲਤ ਨੂੰ ਜਿਹੜਾ ਹੈਗਾ ਦੱਸ ਕੇ ਜਾਣਗੇ। ਪਰ ਜਦੋਂ ਹੁਣ ਪੁਲਿਸ ਨੂੰ ਸੈਣੀ ਨਹੀਂ ਲੱਭ ਰਿਹਾ ਚੰਡੀਗੜ੍ਹ ਦੇ ਵਿੱਚ, ਉਦੋਂ ਪੀੜਤ ਪਰਿਵਾਰ ਦੇ ਵਕੀਲ ਮਿਸਟਰ ਪ੍ਰਦੀਪ ਵਿਰਕ ਦਾ ਇਹ ਕਹਿਣਾ ਹੈ, ਇਹ ਮੰਨਣਾ ਹੈ ਕਿ ਉਹ ਚੰਡੀਗੜ੍ਹ ਵਿੱਚ ਨਹੀਂ ਹੈ। ਉਹ ਤੇ ਜਿਹੜੇ ਪੁਲਿਸ ਦੇ ਸੋਰਸ ਨੇ ਉਹ ਵੀ ਇਹੀ ਦੱਸ ਰਹੇ ਨੇ ਵੀ ਸ਼ਾਇਦ ਉਹ ਦਿੱਲੀ ਦੇ ਵਿੱਚ ਆਪਣੇ ਭਰਾ ਕੋਲ ਜਾਂ ਕਿਸੇ ਸੱਜੇ ਖੱਬੇ ਉਹ ਕਿਤੇ ਉੱਥੇ ਲੁਕੇ ਹੋਏ ਨੇ, ਪਨਾਹ ਲਈ ਹੋਈ ਹੈ ਉਹਨਾਂ ਨੇ। ਜੇ ਇਹ ਗੱਲ ਸੱਚੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਇਹ ਸੱਚੇ ਉਹ ਜਿਹੜਾ ਹੈਗਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ। ਹਾਂਜੀ ਕੁਲਦੀਪ ਜੀ, ਇਹੀ ਮੈਂ ਕਹਿ ਰਿਹਾ ਸੀ ਕਿ ਵੀ ਅਦਾਲਤ ਦੀ ਉਲੰਘਣਾ। ਹੁਣ ਤੁਸੀਂ ਦੱਸੋ ਵੀ ਪੁਲਿਸ ਦਾ ਹੁਣ ਜੇ ਪੁਲਿਸ ਨੂੰ ਗ੍ਰਿਫਤਾਰ ਨਹੀਂ ਕਰ ਪਾਉਂਦੀ, ਇਹਦਾ ਮਤਲਬ ਇਹਦੇ ਵਿੱਚ ਕੋਈ ਕਿਤੇ ਨਾ ਕਿਤੇ ਕੋਈ ਸਿਆਸਤ ਹੈ। ਸਿਆਸਤ ਵੀ ਹੈ ਇਹਦੇ 'ਚ। ਤੇ ਦੂਜੀ ਗੱਲ ਇੱਕ ਜਿਹੜੀ ਹੋਰ ਇੱਕ ਆਫ ਦਾ ਰਿਕਾਰਡ ਜਿਹੜੀ ਗੱਲ ਪਤਾ ਲੱਗੀ ਹੈ, ਇਹ ਬੜੀ ਮੰਦਭਾਗੀ ਗੱਲ ਹੈ। ਜੇ ਇਹ ਗੱਲ ਸੱਚੀ ਹੈ ਤਾਂ ਬੜੀ ਮਾੜੀ ਗੱਲ ਹੈ, ਪਰ ਮੈਨੂੰ ਪਤਾ ਨਹੀਂ ਵੀ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ। ਪਰ ਜਿਹੜੀ ਗੱਲਾਂ ਹਲਕਿਆਂ ਦੇ ਵਿੱਚ, ਫੀਲਡ ਦੇ ਵਿੱਚ ਜਿਹੜੀ ਗੱਲਾਂ ਉੱਡ ਰਹੀਆਂ ਨੇ ਪੁਲਿਸ ਬਾਰੇ, ਕਿਆਸ ਰਾਈਆਂ, ਚਰਚਾਵਾਂ ਇਹ ਚੱਲ ਰਹੀਆਂ ਨੇ ਵੀ ਕੋਈ ਵੀ ਜਿਹੜੀ ਕਾਰਵਾਈ ਹੁੰਦੀ ਹੈ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ, ਵੀ ਉਹ ਕਾਰਵਾਈ ਹੋਣ ਤੋਂ ਪਹਿਲਾਂ ਸੈਣੀ ਨੂੰ ਉਹਦੀ ਜਿਹੜੀ ਹੈਗੀ ਆ ਭਿਣਕ ਪੈ ਜਾਂਦੀ ਹੈ। ਇਸ ਕਰਕੇ ਜਿਹੜਾ ਹੈਗਾ ਉਹ ਬਚਦਾ ਆ ਰਿਹਾ। ਉਹਦਾ ਕਾਰਨ ਵੀ ਇਹੀ ਹੈ ਕਿਉਂਕਿ ਉਹ ਇੱਕ ਜਿਹੜਾ ਹੈਗਾ ਐਸਐਸਪੀ ਤੋਂ ਕਿਤੇ IG ਬਣਿਆ, DIG ਬਣਿਆ, ADGP ਬਣਿਆ, ਹੁਣ ਕਿਤੇ DGP ਦੇ ਅਹੁਦੇ 'ਤੇ ਰਿਹਾ। ਕਿਤੇ ਨਾ ਕਿਤੇ ਉਹਦਾ ਜਿਹੜਾ ਪੁਲਿਸ ਦਾ ਜਿਹੜਾ ਹੈਗਾ ਰੋਹਬ ਹੈ ਉਹ ਅੱਜ ਵੀ ਮਤਲਬ ਉਸੇ ਤਰ੍ਹਾਂ ਬਰਕਰਾਰ ਹੈ। ਪੋਲੀਟੀਕਲ ਬੰਦੇ ਵੀ ਉਹਦੇ ਬਹੁਤ ਪੋਲੀਟੀਕਲ ਬੰਦੇ ਵੀ ਉਹਨਾਂ ਨੇ ਬਹੁਤ ਪਾਲੇ ਨੇ ਬੰਦੇ। ਕਿੰਨੇ ਬੰਦੇ ਆ ਉਹਨਾਂ ਨੇ ਪੋਲੀਟੀਕਲ ਉਹਨਾਂ ਨੂੰ ਬਣਾਇਆ। ਇੰਨੇ ਦੋਸ਼ ਲੱਗਦੇ ਰਹੇ ਆ, ਅਕਾਲੀ ਗੌਰਮੈਂਟ ਦੇ ਵਿੱਚ ਵੀ ਦੋਸ਼ ਲੱਗਦੇ ਰਹੇ ਆ, ਸਿੱਖਾਂ ਦਾ ਕਾਤਲ ਲੋਕੀ ਉਹਨੂੰ ਕਹਿੰਦੇ ਰਹੇ ਆ। ਤੇ ਉਸ ਤੋਂ ਬਾਅਦ ਉਹਨੂੰ DGP ਦੇ ਅਹੁਦੇ ਤੋਂ ਹਟਾਉਣ ਦੀ ਗੱਲਾਂ ਵੀ ਹੋਈਆਂ, ਪਰ ਹੁਕਮਰਾਨਾਂ ਨੇ ਉਹਨੂੰ ਵਿਰੋਧੀ ਧਿਰ ਦਾ ਕੰਮ ਹੈ। ਸੋਢੀ ਸਾਹਿਬ ਇਹ ਦੱਸੋ ਵੀ ਇਸ ਕੇਸ ਦੇ ਵਿੱਚ ਕਈ ਵਾਅਦਾ ਮਾਫ ਗਵਾਹ ਜਿਹੜੇ ਬਣੇ ਨੇ ਕੋਰਟ ਦੇ ਵਿੱਚ ਜਾਂ ਪੁਲਿਸ ਕੋਲ, ਉਹਦੇ ਨਾਲ ਕੀ ਜਿਹੜੇ ex-DGP ਸੁਮੇਧ ਸਿੰਘ ਸੈਣੀ ਦੇ ਉੱਪਰ ਕਾਨੂੰਨ ਦੀ ਜਿਹੜੀ ਜਕੜ ਹੈ ਇਹ ਵਧੂਗੀ? ਹਾਂ, ਨੈਚੁਰਲੀ ਹੈ ਜੀ। ਉਹਦੇ ਖਿਲਾਫ ਜਿਹੜੇ ਹੈਗੇ ਆ, ਉਹਦੀ ਟੀਮ ਦਾ ਜਿਹੜਾ B ਟੀਮ ਦਾ ਹਿੱਸਾ ਰਹੇ ਹੈ ਸੈਣੀ ਜੀ ਦਾ, ਉਹ ਹੁਣ ਵਾਅਦਾ ਮਾਫ ਗਵਾਹ ਬਣੇ ਹੈ। ਪਰ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ 164 ਦੇ ਬਿਆਨਾਂ ਦੇ ਵਿੱਚ ਜਿਹੜਾ ਹੈਗਾ ਅਦਾਲਤ ਨੂੰ ਦੱਸਿਆ ਕਿਵੇਂ ਸਾਰੀ ਕਹਾਣੀ ਉਹਨਾਂ ਨੇ ਅਦਾਲਤ ਨੂੰ ਦੱਸੀ ਹੈ ਵੀ ਕਿਵੇਂ ਇੱਥੋਂ ਉਹਨਾਂ ਨੂੰ ਜਿਹੜਾ ਹੈਗਾ ਗਵਾਹ ਕਰਕੇ ਲੈ ਕੇ ਗਏ ਹੈ, ਕਿਵੇਂ ਉਹਦੇ 'ਚ ਟੌਰਚਰ ਹੋਇਆ। ਉਹ ਜਿੰਨਾ ਥਾਣੇ ਦੇ ਵਿੱਚ ਸੈਕਟਰ 17 ਦੇ ਥਾਣੇ ਦੇ ਵਿੱਚ ਟੌਰਚਰ ਹੋਇਆ, ਜੋ ਜਿਹੜੇ ਹੁਣ ਵਾਅਦਾ ਮਾਫ ਗਵਾਹ ਬਣੇ ਨੇ ਸੈਣੀ ਦੀ ਟੀਮ ਦੇ ਜਿਹੜੇ ਬੰਦੇ ਸੀਗੇ, ਜੇ ਅਸੀਂ ਉਹਨਾਂ ਦੀ ਗੱਲ ਸੁਣੀਏ, ਜੇ ਅਸੀਂ ਉਹਨਾਂ ਦੇ ਬਿਆਨਾਂ ਨੂੰ ਸੁਣੀਏ ਤਾਂ ਇਹ ਗੱਲਾਂ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਸਿੱਧੇ ਤੌਰ 'ਤੇ ਅਸੀਂ ਨਹੀਂ ਦੱਸ ਸਕਦੇ। ਇੰਨਾ ਟੌਰਚਰ ਕੀਤਾ ਗਿਆ ਤੇ ਇਸ ਤਰੀਕੇ ਦੀ ਉਹਨਾਂ ਨੂੰ ਜਲੀਲਤਾ ਜਿਹੜੀ ਹੈਗੀ ਆ ਉਹ ਝੱਲਣੀ ਪਈ ਆ। ਇਨਸਾਨੀਅਤ ਮਰ ਗਈ ਜਿਹੜੀ ਹੈਗੀ ਆ, ਜਮਹੂਰੀਅਤ ਦਾ ਕਤਲ ਹੋਇਆ, ਉਹ ਉਹਨਾਂ ਦੇ ਬਿਆਨਾਂ ਦੇ ਰਿਕਾਰਡਿੰਗ। ਨਾਲ ਇੱਕ ਗੱਲ ਇਹ ਵੀ ਹੈ ਨਾ ਵੀ ਜਿਹੜੇ ਪਹਿਲਾਂ ਚਸ਼ਮਦੀਦ ਗਵਾਹ ਸੀ ਉਹਨਾਂ ਦੇ ਨਾਲ ਇਹਨਾਂ ਦੇ ਬਿਆਨ ਰਲਦੇ ਨੇ। ਹਾਂ, ਕਿਤੇ ਨਾ ਕਿਤੇ ਰਲਦੇ ਨੇ ਬਿਆਨ,
ਉਹਨਾਂ ਦੇ ਬਿਆਨ ਜਿਹੜੇ ਚਸ਼ਮਦੀਦ ਗਵਾਹ ਇਹਦੇ 'ਚ ਮਾਮਲੇ ਦੇ ਵਿੱਚ ਪਹਿਲਾਂ ਆਏ ਨੇ। ਹਾਈ ਕੋਰਟ ਦੀ ਇੱਕ ਮਹਿਲਾ ਵਕੀਲ ਹੈ, ਉਹਨੇ ਸਾਰਾ ਕੁਝ ਆਪਣੀ ਅੱਖਾਂ ਦੇ ਨਾਲ ਉੱਥੇ ਦੇਖਿਆ। ਉਹੀ ਗੱਲ ਉਹਨੇ ਜਿਹੜੀ ਹੈਗੀ ਹੈ ਉਹਨਾਂ ਨੇ ਬਿਆਨ ਕੀਤੀ ਹੈ। ਆਪਣੇ ਬਿਆਨ ਵੀ ਰਿਕਾਰਡ ਉਹਨਾਂ ਨੇ ਵੀ 164 ਦੀ ਧਾਰਾ ਦੇ ਤਹਿਤ ਬਿਆਨ ਦਰਜ ਕਰਵਾਏ ਹੈ। ਜਿਹੜੇ ਮਾਦਾਵਾਫ ਗਵਾਹ ਬਣੇ ਆ ਇਹਨਾਂ ਨੇ ਵੀ 164 ਦੀ ਧਾਰਾ ਦੇ ਤਹਿਤ ਆਪਣੇ ਬਿਆਨ ਦਰਜ ਕਰਵਾ ਕੇ ਵਾਦਾਮਾਫ ਗਵਾਹ ਬਣੇ ਆ। ਸਾਰੇ ਕੇਸ ਦੇ ਉੱਤੇ ਰੋਸ਼ਨੀ ਪਾਈ ਹੈ। ਪਰ ਕਿਤੇ ਨਾ ਕਿਤੇ ਇਹ ਜਿਹੜੇ ਬੰਦੇ ਹੈਗੇ ਆ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ, ਕਿਉਂਕਿ ਉਦੋਂ ਜਿਹੜੀ ਇਨਵੈਸਟੀਗੇਸ਼ਨ ਟੀਮ ਦਾ ਜਿਹੜਾ ਹੈਗਾ ਇਹ ਪਾਰਟ ਰਹੇ ਹੈ। ਸਾਰਾ ਕੁਝ ਇਹਨਾਂ ਨੇ ਆਪਣੇ ਹੱਥਾਂ ਨਾਲ ਵੀ ਕੀਤਾ, ਪਰ ਹੁਣ ਇਹ ਲੱਗਦਾ ਵੀ ਇਹ ਜਿਹੜੇ ਹੈਗੇ ਆ ਬੰਦੇ ਆ ਇਹ ਆਪਣੀ ਚਮੜੀ ਬਚਾਉਣ ਵਾਸਤੇ, ਕਾਨੂੰਨ ਤੋਂ ਬਚਣ ਵਾਸਤੇ ਸੈਣੀ ਦੇ ਖਿਲਾਫ ਜਿਹੜਾ ਹੈਗਾ ਮਾਦਾਵਾਫ ਗਵਾਹ ਬਣੇ ਆ। ਇਹਦੀ ਹੁਣ ਅਗਲੀ ਤਰੀਕ ਤੇ ਇਹਦੀ ਸੁਣਵਾਈ ਕਦੋਂ ਹੋਣੀ ਹੈ? ਦੇਖੋ ਜੀ, ਜਿਹੜੀ ਮੋਹਾਲੀ ਕੋਰਟ ਦੇ ਵਿੱਚ ਵੀ ਇੱਥੇ ਜਿਹੜੀ ਹੈਗੀ ਆ ਸੁਣਵਾਈ ਚੱਲ ਰਹੀ ਹੈਗੀ ਹੈ ਇਹਦੀ। ਹੁਣ ਜਦੋਂ ਉਹਦੀ ਜ਼ਮਾਨਤ ਦੀ ਜਿਹੜੀ ਅਰਜ਼ੀ ਆ ਰੱਦ ਕਰਤੀ ਹੈ ਕੋਰਟ ਨੇ, ਤਾਂ ਸੈਣੀ ਜੀ ਜਿਹੜੇ ਹੈਗੇ ਨੇ ਉਹ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਬੂਹਾ ਖੜਕਾਇਆ ਹਾਈ ਕੋਰਟ ਦਾ ਵੀ ਮੈਨੂੰ ਜ਼ਮਾਨਤ ਦਿੱਤੀ ਜਾਵੇ। ਮੋਹਾਲੀ ਕੋਰਟ ਦੇ ਫੈਸਲੇ ਨੂੰ ਉਹਨਾਂ ਨੇ ਚੁਣੌਤੀ ਦਿੱਤੀ ਹੈ ਤੇ ਉਹ ਵੀ ਅਜੇ ਕੇਸ ਲੱਗਿਆ ਨਹੀਂ ਹੈ। ਸ਼ਾਇਦ ਅੱਜ ਜਾਂ ਕੱਲ੍ਹ ਦੇ ਵਿੱਚ ਉਹ ਕੇਸ ਲੱਗਣ ਦੀ ਸੰਭਾਵਨਾ ਹੈਗੀ ਹੈ। ਜੇ ਹੁਣ ਹਾਈ ਕੋਰਟ ਦੇ ਵਿੱਚ ਉਹਦਾ ਕੇਸ ਜ਼ਮਾਨਤ ਵਾਸਤੇ ਲੱਗੇਗਾ ਤਾਂ ਉਸ ਤੋਂ ਬਾਅਦ ਇਹ ਹੁਣ ਦੇਖਣਾ ਹੋਏਗਾ ਵੀ ਕੋਰਟ ਉਹਨਾਂ ਨੂੰ ਜਿਹੜੀ ਹੈਗੀ ਜ਼ਮਾਨਤ ਦਿੰਦੀ ਹੈ ਜਾਂ ਮੋਹਾਲੀ ਕੋਰਟ ਦੇ ਫੈਸਲੇ ਨੂੰ ਆਧਾਰ ਬਣਾ ਕੇ ਉਹਦੀ ਜਿਹੜੀ ਜ਼ਮਾਨਤ ਦੀ ਜਿਹੜੀ ਅਰਜ਼ੀ ਹੈ ਉੱਥੇ ਵੀ ਖਾਰਜ ਹੋ ਜਾਂਦੀ ਹੈ। ਇਹ ਹੁਣ ਕੋਰਟਾਂ ਦੇ ਉੱਤੇ ਡਿਪੈਂਡ ਕਰਦਾ ਹੈ, ਕੋਰਟ ਕਿਸ ਨਜ਼ਰੀਏ ਨਾਲ ਇਸ ਕੇਸ ਨੂੰ, ਇਸ ਜੁਰਮ ਨੂੰ ਦੇਖਦੀ ਹੈ। ਸੋਢੀ ਸਾਹਿਬ ਦੇ ਤੁਸੀਂ ਸਾਰੀ ਗੱਲਬਾਤ ਸੁਣ ਲਈ ਹੈ, ਬੜੀ ਮੁਕੰਮਲ ਇਹਨਾਂ ਨੇ ਭਰਪੂਰ ਜਾਣਕਾਰੀ ਦਿੱਤੀ ਹੈ ਐਕਸ DGP ਸੁਮੇਧ ਸਿੰਘ ਸੈਣੀ ਦੇ ਕੇਸ ਬਾਰੇ। ਤੁਹਾਨੂੰ ਇਹ ਐਪੀਸੋਡ ਪਸੰਦ ਆਉਂਦਾ ਤੇ ਇਹਨੂੰ ਲਾਈਕ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹਦੀ ਜਾਣਕਾਰੀ ਪਹੁੰਚ ਸਕੇ, ਕਿਉਂਕਿ ਬਹੁਤੇ ਲੋਕਾਂ ਨੂੰ ਇਸ ਪੂਰੇ ਕੇਸ ਦੀ ਜਾਣਕਾਰੀ ਤੱਕ ਨਹੀਂ ਹੈ। ਤੇ ਇਹ ਬੈਲ ਆਈਕਨ ਜਿਹੜਾ ਸਾਡਾ ਹੈਗਾ ਚੈਨਲ ਦਾ, ਇਹਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਾਡੇ ਅਗਲੇ ਪ੍ਰੋਗਰਾਮਾਂ ਦੀ ਨੋਟੀਫਿਕੇਸ਼ਨ ਇਸੇ ਤਰ੍ਹਾਂ ਮਿਲਦੀ ਰਹੇ। ਧੰਨਵਾਦ।